प्यारे विद्यार्थियों, तुसी पढ़ रहे हो रेशिया तो कपड़िया तक मीनस फाइबर टू फैब्रिक। अजे तक तुसी पढ़िया है कि जो रेशे हैं वो कुदरती अते बनावटी होंदे हैं। तुसी पढ़िया कुदरती रेशे दो प्रकार के होंदे हैं, पौधा रेशे अते जंतु रेशे। इस अध्याय विच तुसी पहला पढ़ चुके हो जंतु रेशे विच उन जो कि अलग अलग जानवरों तो प्राप्त की जाती सी। प्यारे विद्यार्थियों, अज के लैक्चर विच असी पढ़ांगे एक होर जंतु रेशा जिसनों रेशम मीन्स सिल्क, रेशम सिल्क आखते हैं, क्योंकि रेशम जो कि एक कीड़े तो बनता है जो जंतुओं की श्रेणी में आता है, इसलिए यह भी एक जंतु रेशे की उदाहरण है। प्यारे विद्यार्थियों, रेशम की खोज। बच्चों, रेशम की खोज चीन दे विच हुई। कहा जाता है कि सदियां पहला चीन का शासक हुआंग टी जिसकी पत्नी हसी लिंग शी, अपने बगीचे विच शहतूत के दरख्त के नीचे बैठ के चाह पी रही सी। कहते कि जब चाह पी रही सी तो शहतूत के दरख्त तो एक ककून उसके गर्म चाह के प्याले में डिग गया। उसने देखा कि वो रेशिया में खुल गया है। उसने इसका अध्ययन किया तो रेशम की खोज हुई। ये भेद उन्होंने सारी दुनिया तो लुको के रखा, क्योंकि रेशम का कपड़ा एक बहुत ही खूबसूरत कपड़ा सी अते ये राजे ते महाराजे ही इसनूं पहन सकते सी। इसलिए ये भेद पूरी दुनिया तो लुको के रखा गया। कोई भी साधारण आदमी रेशम का कपड़ा पहन नहीं सकता सी। जदों रेशम की होर दुनिया नूं भनक लगी जां इसका फार्मूला चोरी होया तां ये दुनिया के वख-वख देशों के विच इसकी काश्त होने लगी। रेशम के कीड़े का पालन हुआंग की पत्नी के द्वारा शुरू किया गया, जिसनूं सेरीकल्चर का नाम दिता गया। प्यारे बच्चों, रेशम के उत्पादन में मुख्य भूमिका औरतों की है। औरतां रेशम के कीड़े को पालन, ककूना तो रेशम कट्टण अते कपड़े बुनण दा मुख्य काम करदियां हैं। औरतां अपने उद्यम के सदका राष्ट्र की अर्थव्यवस्था सुधारने में काफ़ी ज़्यादा योगदान पाਉਂਦੀਆਂ हैं। दुनिया में चीन रेशम उत्पादन में सब तो पहले नंबर पर। साडा भारत भी रेशम के निर्यात में मुख्य भूमिका निभाता है। प्यारे विद्यार्थियों, असी पढ़न जा रहे हैं रेशम के कीड़े का जीवन चक्र मीन्स लाइफ हिस्ट्री ऑफ सिल्क मॉथ। प्यारे विद्यार्थियों,
ਸਭ ਤੋਂ ਪਹਿਲਾਂ ਮਾਦਾ ਰੇਸ਼ਮ ਦਾ ਕੀੜਾ ਸ਼ਹਿਤੂਤ ਦੇ ਦਰਖਤ ਦੇ ਪੱਤੇ ਉੱਪਰ ਆਂਡੇ ਦਿੰਦਾ ਹੈ। ਇਹਨਾਂ ਆਂਡਿਆਂ ਦਾ ਵਿਕਾਸ ਹੁੰਦਾ ਹੈ ਅਤੇ ਉਹ ਕੈਟਰਪਿਲਰ ਜਾਂ ਇੱਲੀ, ਜਿਸ ਨੂੰ ਰੇਸ਼ਮ ਦਾ ਕੀੜਾ ਆਖਿਆ ਜਾਂਦਾ ਹੈ, ਵਿੱਚ ਬਦਲ ਜਾਂਦਾ ਹੈ। ਇਹ ਰੇਸ਼ਮ ਦਾ ਕੀੜਾ ਪੱਤਿਆਂ ਨੂੰ ਖਾ ਕੇ ਵੱਡਾ ਹੁੰਦਾ ਹੈ ਅਤੇ ਅਗਲੀ ਅਵਸਥਾ ਵਿੱਚ ਦਾਖਲ ਹੋ ਜਾਂਦਾ ਹੈ, ਜਿਸ ਨੂੰ ਪਿਊਪਾ ਆਖਦੇ ਹਨ। ਪਿਊਪਾ ਆਪਣੇ ਆਲੇ ਦੁਆਲੇ ਇੱਕ ਜਾਲ ਬੁਣ ਲੈਂਦਾ ਹੈ। ਇਹ ਜਾਲ ਉਸ ਨੂੰ ਆਪਣੀ ਥਾਂ ਤੇ ਬਣਾ ਕੇ ਰਹਿਣ ਵਿੱਚ ਸਹਾਇਤਾ ਕਰਦਾ ਹੈ। ਫਿਰ ਇਹ ਸੰਖਿਆ 8 ਦੇ ਰੂਪ ਵਿੱਚ ਆਪਣਾ ਸਿਰ ਘੁਮਾਉਂਦਾ ਹੈ ਅਤੇ ਇਸ ਸਮੇਂ ਕੈਟਰਪਿਲਰ ਪਤਲੇ ਤਾਰ ਦੇ ਰੂਪ ਵਿੱਚ ਪ੍ਰੋਟੀਨ ਦਾ ਰਿਸਾਅ ਕਰਦਾ ਹੈ, ਜੋ ਸੁੱਕ ਕੇ ਰੇਸ਼ਮ ਦਾ ਰੇਸ਼ਾ ਬਣ ਜਾਂਦਾ ਹੈ। ਜਲਦੀ ਹੀ ਕੈਟਰਪਿਲਰ ਆਪਣੇ ਆਪ ਨੂੰ ਪੂਰੀ ਤਰ੍ਹਾਂ ਰੇਸ਼ਮ ਦੇ ਰੇਸ਼ਿਆਂ ਨਾਲ ਢੱਕ ਲੈਂਦਾ ਹੈ। ਇਹ ਪਰਤ ਕੋਕੂਨ ਅਖਵਾਉਂਦੀ ਹੈ। ਰੇਸ਼ਮ ਦਾ ਕੀੜਾ ਆਪਣੇ ਦੁਆਲੇ ਰੇਸ਼ਮ ਦੇ ਧਾਗਿਆਂ ਦੇ ਨਾਲ ਆਪਣੇ ਆਪ ਨੂੰ ਪੂਰੀ ਤਰ੍ਹਾਂ ਢੱਕ ਲੈਂਦਾ ਹੈ ਜਾਂ ਕੈਦ ਕਰ ਲੈਂਦਾ ਹੈ, ਜਿਸ ਨੂੰ ਅਸੀਂ ਕੋਕੂਨ ਆਖਦੇ ਹਾਂ। ਰੇਸ਼ਮ ਦੇ ਕੀੜੇ ਦਾ ਬਾਕੀ ਵਿਕਾਸ ਕੋਕੂਨ ਦੇ ਅੰਦਰ ਹੁੰਦਾ ਹੈ ਅਤੇ ਇਸ ਕੋਕੂਨ ਤੋਂ ਦੁਬਾਰਾ ਬਾਲਗ ਰੇਸ਼ਮ ਦਾ ਕੀੜਾ ਵਿਕਸਿਤ ਹੋ ਜਾਂਦਾ ਹੈ। ਇਹ ਜੀਵਨ ਚੱਕਰ ਚੱਲਦਾ ਰਹਿੰਦਾ ਹੈ। ਮਨੁੱਖ ਨੇ ਆਪਣੀ ਲੋੜ ਦੇ ਅਨੁਸਾਰ ਰੇਸ਼ਮ ਦੇ ਕੀੜੇ ਨੂੰ ਕੋਕੂਨ ਦੀ ਅਵਸਥਾ ਵਿੱਚ ਹੀ ਖਤਮ ਕਰ ਲੈਂਦੇ ਹਨ ਅਤੇ ਇਹ ਅਵਸਥਾਵਾਂ ਨੂੰ ਉਸਦੇ ਜੀਵਨ ਚੱਕਰ ਵਿੱਚੋਂ ਖਤਮ ਕਰ ਦਿੰਦੇ ਹਨ, ਜਿਸ ਦੇ ਬਾਰੇ ਤੁਸੀਂ ਅਗਲੇ ਲੈਕਚਰ ਵਿੱਚ ਪੜ੍ਹੋਗੇ। ਵਿਦਿਆਰਥੀਓ, ਕੀ ਤੁਸੀਂ ਅਨੁਮਾਨ ਲਗਾ ਸਕਦੇ ਹੋ ਕਿ ਨਰਮ ਰੇਸ਼ਾ ਜੋ ਰੇਸ਼ਮ ਤੋਂ ਪ੍ਰਾਪਤ ਕੀਤਾ ਜਾਂਦਾ ਹੈ, ਇੱਕ ਸਟੀਲ ਦੀ ਤਾਰ ਜਿੰਨਾ ਮਜ਼ਬੂਤ ਹੁੰਦਾ ਹੈ। ਰੇਸ਼ਮ ਦਾ ਧਾਗਾ ਕੋਕੂਨ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਸਾਰੇ ਵਿਦਿਆਰਥੀਓ, ਰੇਸ਼ਮ ਦੇ ਕੀੜੇ ਮੁੱਖ 4 ਤਰ੍ਹਾਂ ਦੇ ਹੁੰਦੇ ਹਨ, ਜੋ ਵੱਖ-ਵੱਖ ਕਿਸਮ ਦਾ ਰੇਸ਼ਮ ਦਾ ਉਤਪਾਦਨ ਕਰਦੇ ਹਨ। ਇਹਨਾਂ ਵਿੱਚੋਂ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਸ਼ਹਿਤੂਤ ਦੇ ਦਰਖਤ ਉੱਤੇ ਹੋਣ ਵਾਲਾ ਰੇਸ਼ਮ ਦਾ ਕੀੜਾ, ਦੂਸਰੇ ਨੰਬਰ ਦੇ ਉੱਤੇ ਮੋਗਾ ਰੇਸ਼ਮ ਦਾ ਕੀੜਾ, ਤੀਸਰੇ ਨੰਬਰ ਤੇ ਐਰੀ ਰੇਸ਼ਮ ਦਾ ਕੀੜਾ ਅਤੇ ਚੌਥੇ ਨੰਬਰ ਤੇ ਟਸਰ ਰੇਸ਼ਮ ਦਾ ਕੀੜਾ ਮੌਜੂਦ ਹੈ। ਦੁਨੀਆ ਦਾ 90% ਰੇਸ਼ਮ ਸਿਰਫ ਮਲਬਰੀ ਰੇਸ਼ਮ ਦੇ ਕੀੜੇ ਦੇ ਦੁਆਰਾ ਪੈਦਾ ਕੀਤਾ ਜਾਂਦਾ ਹੈ। ਬਾਕੀ ਦਾ 10% ਰੇਸ਼ਮ ਬਾਕੀ ਦੇ 3 ਕੀੜਿਆਂ ਦੇ ਦੁਆਰਾ ਪੈਦਾ ਕੀਤਾ ਜਾਂਦਾ ਹੈ। ਪਿਆਰੇ ਬੱਚਿਓ, ਮਲਬਰੀ ਸਿਲਕ ਮੌਥ ਅਤੇ ਐਰੀ ਸਿਲਕ ਮੌਥ ਨੂੰ ਅਸੀਂ ਬਨਾਵਟੀ ਤੌਰ ਦੇ ਉੱਤੇ ਕਲਚਰ ਦੇ ਵਿੱਚ ਪੈਦਾ ਕਰ ਸਕਦੇ ਹਾਂ। ਮੋਗਾ ਸਿਲਕ ਮੌਥ ਅਤੇ ਟੈਸਰ ਸਿਲਕ ਮੌਥ ਇਹ ਵਾਈਲਡ ਵੈਰਾਈਟੀ ਮੀਨ ਜੰਗਲੀ ਕੀੜੇ ਹਨ, ਜਿਨ੍ਹਾਂ ਨੂੰ ਡੋਮੈਸਟੀਕੇਟ ਨਹੀਂ ਕੀਤਾ ਜਾ ਸਕਦਾ। ਬੱਚਿਓ, ਆਪਾਂ ਕਰਨ ਜਾ ਰਹੇ ਹਾਂ ਕਿਰਿਆ ਤਿੰਨ ਪੁਆਇੰਟ 5। ਬੱਚਿਓ, ਵੱਖ-ਵੱਖ ਕਿਸਮ ਦੇ ਰੇਸ਼ਮ ਦੇ ਕੱਪੜਿਆਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰੋ। ਤੁਸੀਂ ਇਹ ਕੰਮ
ਇੱਕ ਦਰਜੀ ਦੀ ਦੁਕਾਨ ਦੇ ਵਿੱਚ ਉਸ ਦੀਆਂ ਰਹਿੰਦ ਖੂੰਹਦ ਦੀਆਂ ਜੋ ਲੀਰਾਂ ਹੁੰਦੀਆਂ ਹਨ ਉਸ ਵਿੱਚੋਂ ਕਰ ਸਕਦੇ ਹੋ। ਆਪਣੇ ਘਰ ਵਿੱਚ ਬਜ਼ੁਰਗ ਮਾਤਾਵਾਂ ਜਾਂ ਚਾਚੀਆਂ ਤਾਈਆਂ ਜਾਂ ਸਕੂਲ ਦੇ ਅਧਿਆਪਕ ਦੇ ਨਾਲ ਉਹਨਾਂ ਦੀਆਂ ਕਿਸਮਾਂ ਦਾ ਅਧਿਐਨ ਕਰਨ ਦੀ ਕੋਸ਼ਿਸ਼ ਕਰੋ। ਇਹਨਾਂ ਵੱਖ-ਵੱਖ ਟੁਕੜਿਆਂ ਨੂੰ ਤੁਸੀਂ ਇੱਕ ਸਕ੍ਰੈਪ ਬੁੱਕ ਦੇ ਵਿੱਚ ਲਗਾਓ। ਜਿਵੇਂ ਕਿ ਮੈਂ ਇਹਨਾਂ ਨੂੰ ਸਕ੍ਰੈਪ ਬੁੱਕ ਦੇ ਵਿੱਚ ਚਿਪਕਾਇਆ ਹੋਇਆ ਹੈ। ਤੁਸੀਂ ਇਹਨਾਂ ਦੀਆਂ ਪ੍ਰੋਪਰਟੀਜ਼ ਤੋਂ ਜਾਂ ਇਹਨਾਂ ਦੇ ਗੁਣਾਂ ਤੋਂ ਨਿਸ਼ਚਿਤ ਕਰ ਸਕਦੇ ਹੋ ਕਿ ਇਹ ਕਿਸ ਕਿਸਮ ਦਾ ਸਿਲਕ ਹੋਵੇਗਾ। ਸਭ ਤੋਂ ਪਹਿਲੇ ਆਪਾਂ ਪੜ੍ਹਨ ਜਾ ਰਹੇ ਹਾਂ ਮਲਬੇਰੀ ਸਿਲਕ ਦੇ ਬਾਰੇ। ਪਿਆਰੇ ਬੱਚਿਓ, ਜੋ ਮਲਬੇਰੀ ਸਿਲਕ ਹੁੰਦਾ ਹੈ ਜੋ ਕਿ ਸ਼ਹਿਤੂਤ ਦੇ ਦਰਖਤ ਤੋਂ ਮਿਲਦਾ ਹੈ, ਜੋ ਰੇਸ਼ਮ ਦਾ ਕੀੜਾ ਸ਼ਹਿਤੂਤ ਦੇ ਦਰਖਤ ਉੱਪਰ ਰਹਿੰਦਾ ਹੈ, ਉਹ ਇਸ ਸਿਲਕ ਦਾ ਉਤਪਾਦਨ ਕਰਦਾ ਹੈ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਹਾਂ ਕਿ 90% ਸਿਲਕ ਮਲਬੇਰੀ ਸ਼ਹਿਤੂਤ ਦਾ ਜੋ ਕੀੜਾ ਹੈ ਉਸ ਦੇ ਦੁਆਰਾ ਹੀ ਪੈਦਾ ਕੀਤਾ ਜਾਂਦਾ ਹੈ। ਇਹ ਸਿਲਕ ਬਹੁਤ ਹੀ ਨਰਮ ਮੁਲਾਇਮ ਹੁੰਦਾ ਹੈ ਅਤੇ ਇਸ ਨੂੰ ਵੱਖ-ਵੱਖ ਰੰਗਾਂ ਦੇ ਵਿੱਚ ਵੱਖ-ਵੱਖ ਡਿਜ਼ਾਈਨਾਂ ਦੇ ਵਿੱਚ ਰੰਗਿਆ ਜਾ ਸਕਦਾ ਹੈ। ਪਿਆਰੇ ਬੱਚਿਓ, ਇਹ ਰੇਸ਼ਮ ਸਾਡੇ ਸਰੀਰ ਦੀ ਚਮੜੀ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਅਲਰਜੀ ਨਹੀਂ ਕਰਦਾ। ਇਸ ਵਿੱਚੋਂ ਕੋਈ ਵੀ ਸਮੈਲ ਨਹੀਂ ਆਉਂਦੀ ਤੇ ਸਭ ਤੋਂ ਜ਼ਿਆਦਾ ਕੱਪੜੇ ਦਾ ਉਤਪਾਦਨ ਜੋ ਹੈ ਉਹ ਸ਼ਹਿਤੂਤ ਦੇ ਸਿਲਕ ਦਾ ਹੀ ਕੀਤਾ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਦੂਸਰੀ ਕਿਸਮ ਦਾ ਸਿਲਕ ਜਿਸ ਨੂੰ ਅਸੀਂ ਐਰੀ ਸਿਲਕ ਆਖਦੇ ਹਾਂ, ਇਹ ਐਰੀ ਨਾਮ ਦੇ ਰੇਸ਼ਮ ਦੇ ਕੀੜੇ ਦੇ ਦੁਆਰਾ ਪੈਦਾ ਕੀਤਾ ਜਾਂਦਾ ਹੈ। ਇਹ ਸਿਲਕ ਥੋੜਾ ਮੋਟਾ ਹੁੰਦਾ ਹੈ ਅਤੇ ਇਸ ਦੀ ਵਰਤੋਂ ਆਮ ਤੌਰ ਤੇ ਚਾਦਰਾਂ, ਗਲੀਚੇ, ਪਰਦੇ ਵਗੈਰਾ ਬਣਾਉਣ ਦੇ ਵਿੱਚ ਕੀਤੀ ਜਾਂਦੀ ਹੈ। ਜਿਵੇਂ ਕਿ ਮੇਰੇ ਕੋਲ ਇਹ ਇੱਕ ਐਰੀ ਸਿਲਕ ਦਾ ਬਣਿਆ ਹੋਇਆ ਸਰਾਣੇ ਦਾ ਕਵਰ ਹੈ ਜੋ ਕਿ ਐਰੀ ਸਿਲਕ ਦੇ ਰੇਸ਼ਮ ਦੇ ਕੀੜੇ ਦੇ ਦੁਆਰਾ ਬਣਾਇਆ ਗਿਆ ਹੈ। ਪਿਆਰੇ ਬੱਚਿਓ, ਇਸ ਤੋਂ ਅਗਲੀ ਕਿਸਮ ਜਿਸ ਨੂੰ ਅਸੀਂ ਮੋਗਾ ਸਿਲਕ ਕਹਿੰਦੇ ਹਾਂ, ਇਹ ਅਸਾਮ ਦੇ ਵਿੱਚ ਪਾਇਆ ਜਾਂਦਾ ਹੈ। ਇਹ ਆਮ ਤੌਰ ਤੇ 골ਡਨ ਕਲਰ ਦਾ ਹੁੰਦਾ ਹੈ। ਇਸ ਦੀ ਦਿੱਖ ਬਹੁਤ ਹੀ ਜ਼ਿਆਦਾ ਰਾਇਲ ਹੁੰਦੀ ਹੈ ਔਰ ਇਹ ਇੱਕ ਮਹਿੰਗੀ ਕਿਸਮ ਦਾ ਸਿਲਕ ਹੁੰਦਾ ਹੈ। ਇਸ ਦੀ ਜੋ ਵਰਤੋਂ ਹੈ ਬਹੁਤ ਹੀ ਖੂਬਸੂਰਤ ਸਾੜੀਆਂ ਵਗੈਰਾ ਬਣਾਉਣ ਦੇ ਵਿੱਚ ਕੀਤੀ ਜਾਂਦੀ ਹੈ। ਅਤੇ ਬੇਟਾ, ਸਭ ਤੋਂ ਲਾਸਟ ਦੇ ਵਿੱਚ ਜੋ ਸਿਲਕ ਹੈ, ਜੋ ਟਸਰ ਸਿਲਕ ਹੈ, ਉਸ ਦੇ ਬਾਰੇ ਆਪਾਂ ਜਾਣਦੇ ਹਾਂ। ਟਸਰ ਸਿਲਕ ਜੋ ਹੈ ਇਹ ਵੀ ਇੱਕ ਮਲਬੇਰੀ ਅਤੇ ਮੋਗਾ ਸਿਲਕ ਦੇ ਵਿਚਕਾਰ ਦਾ ਹੀ ਸਿਲਕ ਹੁੰਦਾ ਹੈ ਅਤੇ ਇਹਨੂੰ ਵੀ ਖੂਬਸੂਰਤ ਸਾੜੀਆਂ ਬਣਾਉਣ ਦੇ ਵਿੱਚ ਇਹਦਾ ਜੋ ਹੈ ਇਸਤੇਮਾਲ ਕੀਤਾ ਜਾਂਦਾ ਹੈ। ਬੱਚਿਓ, ਤੁਸੀਂ ਵੀ ਦਰਜੀ ਦੀ ਦੁਕਾਨ ਤੋਂ ਜਾ ਕੇ ਕੱਪੜੇ ਨੂੰ ਟੱਚ ਕਰਕੇ ਸਿਲਕ ਦੀਆਂ ਵੱਖ-ਵੱਖ ਵੈਰਾਈਟੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਇਕੱਠਾ ਕਰਕੇ ਆਪਣੀ ਸਕ੍ਰੈਪ ਬੁੱਕ ਦੇ ਵਿੱਚ ਚਿਪਕਾਉਣਾ ਹੈ। ਹਾਂਜੀ ਪਿਆਰੇ ਵਿਦਿਆਰਥੀਓ, ਤੁਸੀਂ ਇੰਟਰਨੈਟ ਦੀ ਸਹਾਇਤਾ ਦੇ ਨਾਲ ਵੱਖ-ਵੱਖ ਕਿਸਮ ਦੇ ਰੇਸ਼ਮ ਦੇ ਕੀੜਿਆਂ ਦਾ ਚਿੱਤਰ ਅਤੇ ਉਹਨਾਂ ਦੇ ਲਾਰਵੇ ਇਕੱਠੇ ਕਰਨ ਦੀ ਕੋਸ਼ਿਸ਼ ਕਰੋ। ਤੁਸੀਂ ਦੇਖੋਗੇ ਕਿ ਸ਼ਹਿਤੂਤ ਦਾ ਰੇਸ਼ਮ ਦਾ ਕੀੜਾ ਇੱਕ ਚਿੱਟੇ ਰੰਗ ਦਾ ਹੁੰਦਾ ਹੈ ਜਿਸ ਦੇ ਉੱਤੇ ਮੋਮੀ ਜਿਹੀ ਪਰਤ ਜੋ ਹੈ ਉਹ ਸਾਨੂੰ ਦਿਖਾਈ ਦਿੰਦੀ ਹੈ ਔਰ ਇਸ ਦਾ ਜੋ ਕੈਟਰਪਿਲਰ ਹੁੰਦਾ ਹੈ ਉਹ ਵੀ ਇੱਕ ਚਿੱਟੇ ਰੰਗ ਦਾ ਵੈਕਸੀ ਕਿਸਮ ਦਾ ਹੀ ਦਿਖਾਈ ਦਿੰਦਾ ਹੈ। ਪਿਆਰੇ ਬੱਚਿਓ, ਮੋਗਾ ਸਿਲਕ ਮਾਊਥ ਜੋ ਹੈ
ਅਤੇ ਉਸ ਦਾ ਜੋ ਬੋਰਮ ਕੈਟਰਪਿਲਰ ਹੈ ਉਹ ਹਰੇ ਰੰਗ ਦਾ ਦਿਖਾਈ ਦਿੰਦਾ ਹੈ। ਐਰੀ ਸਿਲਕ ਮੌਥ ਅਤੇ ਉਸ ਦਾ ਜੋ ਕੈਟਰਪਿਲਰ ਹੈ ਉਸ ਦਾ ਚਿੱਤਰ ਇਕੱਠਾ ਕਰੋ ਅਤੇ ਟਸਰ ਅਤੇ ਉਸ ਦਾ ਜੋ ਕੈਟਰਪਿਲਰ ਹੈ ਉਸ ਦਾ ਚਿੱਤਰ ਇਕੱਠਾ ਕਰਕੇ ਆਪਣੀ ਸਕ੍ਰੈਪ ਬੁੱਕ ਦੇ ਵਿੱਚ ਚਿਪਕਾਓ ਅਤੇ ਇਹਨਾਂ ਦੇ ਦੁਆਰਾ ਬਣਾਏ ਗਏ ਅਲੱਗ-ਅਲੱਗ ਕਿਸਮ ਦੇ ਰੇਸ਼ਮ ਦੇ ਗੁਣਾਂ ਨੂੰ ਵੀ ਲਿਖੋ। ਪਿਆਰੇ ਬੱਚਿਓ, ਅਸੀਂ ਕਰਨ ਜਾ ਰਹੇ ਹਾਂ ਕਿਰਿਆ 3.6 ਬਣਾਵਟੀ ਅਤੇ ਕੁਦਰਤੀ ਰੇਸ਼ਿਆਂ ਵਿੱਚ ਅੰਤਰ। ਵਿਦਿਆਰਥੀਓ, ਸਾਨੂੰ ਇਹ ਕਿਰਿਆ ਬਹੁਤ ਹੀ ਸਾਵਧਾਨੀਪੂਰਵਕ ਕਰਨੀ ਚਾਹੀਦੀ ਹੈ ਕਿਉਂਕਿ ਇਸ ਵਿੱਚ ਅਸੀਂ ਜਲਣਸ਼ੀਲ ਪਦਾਰਥਾਂ ਦਾ ਇਸਤੇਮਾਲ ਕਰਾਂਗੇ। तो ਇਹ ਕਿਰਿਆ ਤੁਸੀਂ ਖੁਦ ਆਪਣੇ ਆਪ ਕਰਨ ਦੀ ਬਜਾਏ ਵੱਡਿਆਂ ਦੀ ਦੇਖਰੇਖ ਜਾਂ ਅਧਿਆਪਕ ਦੀ ਦੇਖਰੇਖ ਦੇ ਵਿੱਚ ਹੀ ਕਰਨੀ ਹੈ। ਇਸ ਕਿਰਿਆ ਦੇ ਲਈ ਸਾਨੂੰ ਲੋੜੀਂਦਾ ਸਮਾਨ ਜੋ ਇਸ ਕਿਰਿਆ ਦੇ ਵਿੱਚ ਵਰਤਿਆ ਜਾਏਗਾ ਉਹਨਾਂ ਦੇ ਵਿੱਚ ਕੁਦਰਤੀ ਅਤੇ बनावटी रेशम दे कपड़े स्पिरिट लैंप माचिस एक चिमटी ऊन दे धागे आदि की जरूरत है। आओ बच्चों आपां इस क्रिया नूं करते हैं। स्पिरिट लैंप नूं जलाओ। स्पिरिट लैंप नूं जलाउण तो बाद जो रेशम के कपड़े दा आपां अध्ययन किया है उन्हां दे विचों सब तो पहला एक रेशम के कपड़े की छोटी जी कांतर लो, इसनूं दूर तो चिमटी की सहायता नाल फड़ो। ध्यान रहे बेटा कि जदों तुसी ये क्रिया करो तो इस दे विचों अग दे छिट्टे जो आ वो तुहाडे उत्ते ना पै जाण, इस करके इसनूं अपने शरीर तो दूर ही रखो। सो आपां क्रिया करते हाँ, देखते हाँ कि कुदरती रेशे अते बनावटी रेशे दे विच की अंतर होंदा है। सब तो पहला असी एक कपड़ा जो है उसनूं स्पिरिट लैंप की मदद दे नाल जलाया है। तुसीं देख सकते हो कि इस विचों बहुत सारा धुआं निकल रहा है अते इसकी स्मैल नोट करो। सो तुसीं देखिया कि जदों ये कपड़ा पूर्ण तौर पर जल जाता है तो उस तो बाद इहदे विच सुआह बच जाती है जो कि अगे जलनशील नहीं है। इस तो यह सिद्ध होता है कि यह रेशम का कपड़ा जो साडे कोल है वो कुदरती रेशम का कपड़ा है।
ਹੁਣ प्यारे बच्चों ਅਸੀਂ एक होर रेशम का कपड़ा ਲੈਂਦੇ ਹਾਂ ਅਤੇ ਇਸ ਦਾ ਨਿਰੀਖਣ ਕਰਦੇ ਹਾਂ ਕਿ ਇਹ ਕਿਸ ਕਿਸਮ ਦਾ ਰੇਸ਼ਮ ਹੈ। ਧਿਆਨ ਨਾਲ ਫਿਰ ਉਸੇ ਤਰੀਕੇ ਨਾਲ ਇਸ ਨੂੰ ਚਿਮਟੀ ਦੇ ਵਿੱਚ ਦੂਰ ਤੋਂ ਘੁੱਟ ਕੇ ਫੜੋ ਅਤੇ ਇਸ ਨੂੰ ਅੱਗ ਲਗਾ ਦਿਓ। ਤੁਸੀਂ ਦੇਖਦੇ ਹੋ ਕਿ ਇਹ ਕੱਪੜਾ ਬਹੁਤ ਹੀ ਤੇਜ਼ੀ ਨਾਲ ਬਲ ਰਿਹਾ ਹੈ ਅਤੇ ਬਲਣ ਤੋਂ ਉਪਰੰਤ ਇਸ ਵਿੱਚ ਕੋਈ ਵੀ ਸਵਾਹ ਵਰਗਾ ਪਾਰਟੀਕਲ ਵਾਪਸ नहीं बचता है। इसका मतलब कि ये जो रेशम है वो बनावटी रेशम है अते जदों असी इसनूं जलाया तो इस दे प्लास्टिक दे जलन वर्गी गंध जो है वो पैदा हुई। हुण प्यारे बच्चों आपां एक उन्न दा धागा लैंदे हां और इस दे एक टुकड़े नूं जलाण दी कोशिश करते हैं। देखते हैं कि की ये कुदरती रेशा है जां बनावटी रेशा है। बच्चे आपां जो पहला दो रेशे जलाए हैं उन्हां दे विच आपां नूं किस तरीके नाल अंतर दिखिया है। जो कुदरती रेशे सी जदों वो पूर्ण तौर ते बल जांदे सी तां उन्हां दे पिछे स्वाह जो है वो बचती है अते जो संश्लिष्ट रेशे हैं जिन्होंने असीं जलाया वो प्लास्टिक की तरह जलते सी अते कोई भी स्वाह जिहड़ी है वो पिछे नहीं बचती। जेकर बहुतात दे विच जलाए जाण तां प्लास्टिक वर्गा पदार्थ जो है वो बनावटी रेशे जलाण तो बाद जो है वो बच सकता है। हुण प्यारे बच्चों आपां उन्न नूं जलाउंदे हां। इस दी भी गंध नूं नोट करो। तुसीं देख सकते हो कि इस दे उत्ते भी जलाण तो बाद स्वाह वर्गा जो अवक्षेप है वो बचता है। इसका मतलब जो उन्न है वो भी एक कुदरती रेशा है। तुसी रेशम का कपड़ा अते उन्न नूं जलाण तो बाद इन्हां विच एक समानता जरूर देखी होएगी कि जदों ये दोनों रेशे बलदे हैं तो दोनों के विचों जो स्मैल है वो इक्को ही तरह की आती है। इस तो यह सिद्ध होता है कि उन्न अते रेशम दोनों कुदरती रेशे हैं अते क्योंकि इन्हां दी स्मैल जो है वो इक्को ही किस्म की है ये जंतु रेशे हैं। परंतु जदों असी बनावटी रेशे नूं जलाया सी तो कोई भी अवखेप नहीं बचिया सी, कोई भी रेजिड्यू नहीं बचिया सीगा ते इस दे बहुत ही तेजी नाल बलण अते प्लास्टिक दे बलण वर्गी स्मैल इस दे विचों आई सी जो कि ये सिद्ध करता है कि ये जो है बनावटी रेशे हैं। इसी तरीके नाल तुसी होर भी वख-वख रेशिਆਂ ਨੂੰ जला के उन्हां दा अध्ययन कर सकते हो। जिवें कि आपां अगला रेशम जिहड़ा है उसका भी अध्ययन करते हैं कि की ये कुदरती रेशम है जां साडे कोल जिहड़ा हैगा यह संश्लिष्ट रेशा है। उही क्रिया फिर दोहराओ, इसनूं जलाओ और
ਜਦੋਂ ਇਹ ਪੂਰਨ ਰੂਪ ਵਿੱਚ ਜਲ ਜਾਂਦਾ ਹੈ, ਇਸ ਦੀ ਸਮੈਲ ਨੂੰ ਨੋਟ ਕਰੋ ਕਿ ਕਿਸ ਕਿਸਮ ਦੀ ਸਮੈਲ ਆਉਂਦੀ ਹੈ। ਤੁਸੀਂ ਦੇਖਦੇ ਹੋ ਕਿ ਇਸ ਦੇ ਵੀ ਪਿੱਛੇ ਲਾਸਟ ਵਿੱਚ ਅਵਿਖੇਪ ਜੋ ਹੈ ਉਹ ਚਿਮਟੀ ਦੇ ਨਾਲ ਚਿਪਕਿਆ ਜੋ ਹੈ ਉਹ ਬਚ ਜਾਂਦਾ ਹੈ, ਅਤੇ ਵਾਲਾਂ ਦੇ ਜਲਣ ਵਰਗੀ ਜੋ ਸਮੈਲ ਹੈ ਇਸ ਦੇ ਵਿੱਚੋਂ ਪੈਦਾ ਹੋ ਰਹੀ ਹੈ। ਇਸ ਦਾ ਮਤਲਬ ਇਹ ਵੀ ਜੋ ਹੈ ਉਹ ਇੱਕ ਕੁਦਰਤੀ ਰੇਸ਼ਾ ਜੋ ਹੈ ਉਹ ਹੈ। ਠੀਕ ਨਾਲ ਬੱਚਿਓ, ਅੱਜ ਦਾ ਲੈਕਚਰ ਜੋ ਹੈ ਉਹ ਖਤਮ ਹੁੰਦਾ ਹੈ। ਮੈਂ ਆਸ ਕਰਦਾ ਹਾਂ ਕਿ ਤੁਸੀਂ ਜੋ ਵੀ ਆਪਾਂ ਅੱਜ ਕਿਰਿਆਵਾਂ ਕੀਤੀਆਂ, ਰੇਸ਼ਮ ਦੀਆਂ ਵੱਖ-ਵੱਖ ਅਵਸਥਾਵਾਂ, ਕੀੜੇ ਦੀਆਂ ਵੱਖ-ਵੱਖ ਜੀਵਨ ਦੀਆਂ ਅਵਸਥਾਵਾਂ ਦਾ ਆਪਾਂ ਅਧਿਐਨ ਕੀਤਾ ਹੈ। ਮੈਂ ਆਸ ਕਰਦਾ ਕਿ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਸਿੱਖਿਆ ਹੋਵੇਗਾ ਔਰ ਇਹਦੀ ਦੁਹਰਾਈ ਕਰੋਗੇ, ਆਪਣੀ ਕਾਪੀ ਦੇ ਉੱਤੇ ਲਗਾਓਗੇ ਔਰ ਤੁਸੀਂ ਵੀ ਵੱਖ-ਵੱਖ ਕਿਸਮ ਦੇ ਰੇਸ਼ਮ, ਵੱਖ-ਵੱਖ ਕਿਸਮ ਦੇ ਰੇਸ਼ਿਆਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰੋਗੇ। ਧੰਨਵਾਦ।